सत श्री अकाल एवरीबडी। होर की हाल चाल? चढ़दी कलाई होनी चाहिए आ। ਹੈਲੋ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਟ੍ਰੈਫਿਕ ਰੂਲਸ ਤੋੜਨ 'ਤੇ ਹੋਣ ਵਾਲੇ ਚਲਾਨ ਦੇ ਰੇਟ ਦੇ ਬਾਰੇ ਵਿੱਚ। ਸਰਕਾਰ ਇਹਨਾਂ ਰੇਟਾਂ ਨੂੰ ਟਾਈਮ ਟੂ ਟਾਈਮ ਚੇਂਜ ਕਰਦੀ ਰਹਿੰਦੀ ਹੈ। ਅੱਜ ਕੱਲ੍ਹ ਸਰਕਾਰ ਨੇ ਇਹ ਰੇਟ ਬਹੁਤ ਜ਼ਿਆਦਾ ਵਧਾ ਦਿੱਤੇ ਹਨ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਨਵੇਂ ਰੇਟ ਕੀ ਹਨ ਅਤੇ ਇਹਨਾਂ ਦਾ ਪੁਰਾਣੇ ਰੇਟਾਂ ਦੇ ਨਾਲ ਕੰਪੈਰੀਜ਼ਨ ਵੀ ਕਰਾਂਗੇ। ਤਾਂ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇਹ ਜਿਹੜੇ ਜੁਰਮਾਨੇ ਦੀ ਰਕਮ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਇਹ 1 ਮਾਰਚ 2021 ਤੋਂ ਲਾਗੂ ਹੋਏ ਹਨ ਅਤੇ ਇਹ ਵੱਖ-ਵੱਖ ਸਟੇਟਾਂ 'ਚ ਥੋੜ੍ਹੇ ਵੱਧ ਜਾਂ ਘੱਟ ਵੀ ਹੋ ਸਕਦੇ ਹਨ। ਇਹ ਜੁਰਮਾਨੇ ਮੋਟਰ ਵਹੀਕਲ ਐਕਟ 1988 ਦੀਆਂ ਵੱਖ-ਵੱਖ ਧਾਰਾਵਾਂ ਦੇ ਅਨੁਸਾਰ ਲਗਾਏ ਜਾਂਦੇ ਹਨ। ਤਾਂ ਚਲੋ ਸ਼ੁਰੂ ਕਰਦੇ ਹਾਂ ਜੀ। ਜੇਕਰ ਕੋਈ ਵਿਅਕਤੀ ਗੱਡੀ ਦੀ ਰਜਿਸਟ੍ਰੇਸ਼ਨ ਕਾਰਡ ਮਤਲਬ ਬਿਨਾਂ RC ਤੋਂ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਧਾਰਾ 192 ਦੇ ਅਧੀਨ ਉਸ ਨੂੰ ਪਹਿਲੀ ਵਾਰ 5000 ਜੁਰਮਾਨਾ ਹੋਵੇਗਾ ਅਤੇ ਦੂਜੀ ਵਾਰ ਬਿਨਾਂ RC ਤੋਂ ਫੜਿਆ ਜਾਣ 'ਤੇ 10000 ਦਾ ਜੁਰਮਾਨਾ ਹੋਵੇਗਾ। ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਬਿਨਾਂ ਡਰਾਈਵਿੰਗ ਲਾਇਸੈਂਸ 'ਤੇ ਕੋਈ ਸਾਧਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਧਾਰਾ 181 ਦੇ ਅਧੀਨ 5000 ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਦੋਪਹੀਆ ਵਾਹਨ ਚਾਲਕ ਮਤਲਬ ਸਕੂਟਰ ਜਾਂ ਮੋਟਰਸਾਈਕਲ ਚਾਲਕ 2 ਤੋਂ ਵੱਧ ਸਵਾਰੀਆਂ ਸਮੇਤ ਫੜਿਆ ਗਿਆ ਤਾਂ ਉਸ ਨੂੰ 1000 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ 3 ਮਹੀਨੇ ਲਈ ਉਸ ਦਾ ਲਾਇਸੈਂਸ ਰੱਦ ਹੋਵੇਗਾ ਧਾਰਾ 194C ਦੇ ਅਧੀਨ। ਇਸ ਤੋਂ ਇਲਾਵਾ ਬਿਨਾਂ ਇੰਸ਼ੋਰੈਂਸ ਤੋਂ ਜੇਕਰ ਕੋਈ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਧਾਰਾ 196 ਦੇ ਅਧੀਨ ਪਹਿਲੀ ਵਾਰ ਵਿੱਚ 2000 ਜੁਰਮਾਨਾ ਹੋਵੇਗਾ ਅਤੇ ਦੂਸਰੀ ਵਾਰ ਫੜਿਆ ਜਾਣ 'ਤੇ 4000 ਰੁਪਏ ਜੁਰਮਾਨਾ ਹੋਵੇਗਾ। ਜੇਕਰ ਕੋਈ ਵਪਾਰਕ ਵਾਹਨ ਬਿਨਾਂ ਪਰਮਿਟ ਦੇ ਫੜਿਆ ਜਾਂਦਾ ਹੈ ਤਾਂ ਧਾਰਾ 192A ਦੇ ਅਧੀਨ ਉਸ ਨੂੰ 10000 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਡਰਾਈਵਰ ਰੈੱਡ ਲਾਈਟ ਜੰਪ ਕਰਦਾ ਹੈ ਤਾਂ ਧਾਰਾ 177A ਦੇ ਅਧੀਨ ਉਸ ਨੂੰ ਪਹਿਲੀ ਵਾਰ ਵਿੱਚ 1000 ਜੁਰਮਾਨਾ ਅਤੇ ਦੂਸਰੀ ਵਾਰ ਵਿੱਚ 2000 ਤੱਕ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਦੁਪਹੀਆ ਵਾਹਨ ਬਿਨਾਂ ਹੈਲਮਟ ਦੇ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਧਾਰਾ 194D ਦੇ ਅਧੀਨ ਉਸ ਨੂੰ 2000 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ 3 ਮਹੀਨੇ ਲਈ ਉਸ ਦਾ ਲਾਇਸੈਂਸ ਰੱਦ ਹੋ ਜਾਵੇਗਾ। ਜੇਕਰ ਕੋਈ ਵੀ ਵਿਅਕਤੀ ਕੋਈ ਵੀ ਸਾਧਨ ਚਲਾਉਂਦੇ ਟਾਈਮ ਮੋਬਾਈਲ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਨੂੰ ਪਹਿਲੀ ਵਾਰ ਵਿੱਚ 5000 ਜੁਰਮਾਨਾ ਹੋਵੇਗਾ ਅਤੇ ਦੂਸਰੀ ਵਾਰ ਫੜਿਆ ਜਾਣ 'ਤੇ 10000 ਰੁਪਏ ਦਾ ਜੁਰਮਾਨਾ ਹੋਵੇਗਾ। ਇਹ ਜੁਰਮਾਨਾ ਜੇਕਰ ਆਪਾਂ ਆਪਣੀ ਗੱਡੀ ਦੇ ਸ਼ੀਸ਼ਿਆਂ 'ਤੇ ਕਾਲੀ ਫਿਲਮ ਲਗਾਈ ਹੋਈ ਹੈ ਤਾਂ ਧਾਰਾ 177(4) ਦੇ ਅਧੀਨ 1000 ਤੋਂ ਲੈ ਕੇ 5000 ਤੱਕ ਜੁਰਮਾਨਾ ਹੋ ਸਕਦਾ ਹੈ। ਇਹ ਜੁਰਮਾਨੇ ਦਾ ਰੇਟ ਵੱਖ-ਵੱਖ ਸਟੇਟਾਂ ਅਨੁਸਾਰ ਵੱਖ-ਵੱਖ ਹੋ ਸਕਦਾ ਹੈ, 1000 ਤੋਂ ਲੈ ਕੇ 5000 ਤੱਕ। ਜੇਕਰ ਆਪਾਂ ਬਿਨਾਂ ਸੀਟ ਬੈਲਟ ਤੋਂ ਗੱਡੀ ਚਲਾਉਂਦੇ ਫੜੇ ਗਏ ਤਾਂ ਧਾਰਾ 194B(1) ਦੇ ਅਧੀਨ 1000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਵਾਹਨ ਚਾਲਕ ਪੋਲਿਊਸ਼ਨ ਸਰਟੀਫਿਕੇਟ ਤੋਂ ਬਿਨਾਂ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਨੂੰ ਧਾਰਾ 190(2) ਦੇ ਅਧੀਨ ਪਹਿਲੀ ਵਾਰ 5000 ਜੁਰਮਾਨਾ ਅਤੇ ਦੂਜੀ ਵਾਰ ਫੜੇ ਜਾਣ 'ਤੇ 10000 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਵਾਹਨ ਚਾਲਕ ਰੋਡ 'ਤੇ ਤੈਅ ਕੀਤੀ ਗਈ ਗਤੀ ਸੀਮਾ ਤੋਂ ਵੱਧ ਗਤੀ ਦੇ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਧਾਰਾ 183 ਦੇ ਅਧੀਨ ਉਸ ਨੂੰ 1000 ਤੋਂ ਲੈ ਕੇ 10000 ਤੱਕ ਦਾ ਜੁਰਮਾਨਾ ਹੋਵੇਗਾ। ਇਹਦੇ ਵਿੱਚ ਜੀ ਲਾਈਟ ਮੋਟਰ ਵਹੀਕਲ ਲਈ 1000 ਤੋਂ ਲੈ ਕੇ 5000 ਤੱਕ ਦਾ ਜੁਰਮਾਨਾ ਹੋਵੇਗਾ ਅਤੇ HTV ਮਤਲਬ ਹੈਵੀ ਵਹੀਕਲ ਨੂੰ 2000 ਤੋਂ ਲੈ ਕੇ 10000 ਤੱਕ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਆਪਣੇ ਵਾਹਨ ਦੀ ਗਲਤ ਤਰੀਕੇ ਨਾਲ ਪਾਰਕਿੰਗ ਕਰਦਾ ਹੈ ਜਾਂ ਗਲਤ ਜਗ੍ਹਾ 'ਤੇ ਪਾਰਕਿੰਗ ਕਰਦਾ ਹੈ ਤਾਂ ਧਾਰਾ 177(3) ਦੇ ਅਨੁਸਾਰ ਉਸ ਨੂੰ 500 ਤੋਂ ਲੈ ਕੇ 1000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਜੇਕਰ ਕੋਈ ਭਾਰ ਢੋਣ ਵਾਲਾ ਵਾਹਨ ਓਵਰਲੋਡ ਫੜਿਆ ਜਾਂਦਾ ਹੈ ਤਾਂ ਧਾਰਾ 194 ਦੇ ਅਧੀਨ ਉਸ ਨੂੰ 20000 ਦਾ ਜੁਰਮਾਨਾ ਹੋਵੇਗਾ ਅਤੇ ਉਸ ਤੋਂ ਬਾਅਦ
ਹਰ ਇੱਕ ਟਨ 'ਤੇ 2000 ਐਕਸਟਰਾ ਪੇਮੈਂਟ ਦੇਣੀ ਹੋਵੇਗੀ। ਇਸੇ ਤਰ੍ਹਾਂ ਜੇਕਰ ਕੋਈ ਟਰੱਕ ਵਗੈਰਾ ਆਪਣੀ ਉਚਾਈ ਤੋਂ ਵੱਧ ਸੀਮਾ ਦੀ ਸਮਾਨ ਲੋਡ ਕਰਦਾ ਹੈ ਤਾਂ ਉਸ ਨੂੰ 5000 ਰੁਪਏ ਤੱਕ ਜੁਰਮਾਨਾ ਹੋਵੇਗਾ। ਜਿਵੇਂ ਕਿ ਕਈ ਵਾਰ ਆਪਾਂ ਦੇਖਿਆ ਰੋਡ ਦੇ ਉੱਤੇ ਟਰੱਕ ਜਾਂਦੇ ਦੇਖੇ ਹੋਣਗੇ, ਉਹਨਾਂ ਨੇ ਬਹੁਤ ਜ਼ਿਆਦਾ ਉੱਪਰ ਤੱਕ ਤੂੜੀ ਵਗੈਰਾ ਜਾਂ ਹੋਰ ਕਈ ਚੀਜ਼ਾਂ ਲੱਦੀਆਂ ਹੁੰਦੀਆਂ, ਬਹੁਤ ਜ਼ਿਆਦਾ ਉਚਾਈ ਹੁੰਦੀ ਉਹਦੇ, ਉਸ ਦਾ ਵੀ 5000 ਰੁਪਏ ਦਾ ਜੁਰਮਾਨਾ ਉਸ ਲਈ ਨਿਸ਼ਚਿਤ ਕੀਤਾ ਗਿਆ ਹੈ। ਜੇਕਰ ਕੋਈ ਤੈਅ ਲੰਬਾਈ ਤੋਂ ਵੱਧ ਲੋਡ ਲੱਦੇਗਾ ਤਾਂ ਉਸ ਲਈ ਵੀ 5000 ਦਾ ਜੁਰਮਾਨਾ ਹੋਵੇਗਾ। ਜਿਵੇਂ ਕਿ ਕਈ ਵਾਰ ਆਪਾਂ ਦੇਖਿਆ ਹੀ ਹੈ ਟਰੱਕਾਂ ਵਗੈਰਾ ਦੇ ਉੱਤੇ ਸਰੀਆ ਵਗੈਰਾ ਲੱਦਿਆ ਹੁੰਦਾ, ਟਰੱਕ ਦੀ ਲੰਬਾਈ ਤੋਂ ਕਾਫੀ ਪਿੱਛੇ ਤੱਕ ਲੱਦਿਆ ਹੁੰਦਾ, ਜੋ ਕਿ ਦੂਸਰੇ ਲੋਕਾਂ ਲਈ ਖਤਰਨਾਕ ਹੈ। ਇਸ ਲਈ ਉਸ 'ਤੇ ਵੀ 5000 ਰੁਪਏ ਦਾ ਜੁਰਮਾਨਾ ਹੋਵੇਗਾ। ਅੱਗੇ ਆ ਜੀ ਡਰਿੰਕ ਐਂਡ ਡਰਾਈਵ। ਜੇਕਰ ਕੋਈ ਨਸ਼ਾ ਕਰਕੇ ਦਾਰੂ ਵਗੈਰਾ ਪੀ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਧਾਰਾ 185 ਦੇ ਅਧੀਨ ਉਸ ਨੂੰ 10000 ਰੁਪਏ ਦਾ ਜੁਰਮਾਨਾ ਹੋਵੇਗਾ। ਖਤਰਨਾਕ ਡਰਾਈਵਿੰਗ। ਖਤਰਨਾਕ ਡਰਾਈਵਿੰਗ ਜਿਵੇਂ ਕਿ ਬਹੁਤ ਜ਼ਿਆਦਾ ਸਪੀਡ 'ਤੇ ਗੱਡੀ ਚਲਾਉਣਾ, ਜਾਂ ਗੱਡੀ ਘੁੰਮਦੀ ਆਉਂਦੀ ਹੋਵੇ, ਜਾਂ ਇਸ ਤਰ੍ਹਾਂ ਚਲਾਉਣਾ ਕਿ ਦੂਸਰੇ ਦੀ ਜਾਨ ਲਈ ਖਤਰਾ ਹੋਵੇ। ਇਸ ਅਨੁਸਾਰ ਗੱਡੀ ਚਲਾਉਣ 'ਤੇ ਧਾਰਾ 184 ਦੇ ਅਧੀਨ 5000 ਦਾ ਜੁਰਮਾਨਾ ਹੋਵੇਗਾ। ਟ੍ਰੈਫਿਕ ਪੁਲਿਸ ਨਾਲ ਬੇਲੋੜੀ ਬਹਿਸ ਕਰਨ 'ਤੇ 1500 ਰੁਪਏ ਦਾ ਜੁਰਮਾਨਾ ਹੋਵੇਗਾ। ਬਿਨਾਂ ਕਿਸੇ ਕਾਰਨ ਦੇ ਹੌਰਨ ਵਜਾਉਣ 'ਤੇ ਧਾਰਾ 119(2) ਦੇ ਅਧੀਨ 2000 ਰੁਪਏ ਦਾ ਜੁਰਮਾਨਾ ਹੋਵੇਗਾ। ਅਤੇ ਹਾਂ ਦੋਸਤੋ, ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਬਾਹਰਲੇ ਮੁਲਕਾਂ ਵਿੱਚ ਹੌਰਨ ਵਜਾਉਣ 'ਤੇ ਵੀ ਜੁਰਮਾਨਾ ਹੁੰਦਾ ਹੈ, ਤਾਂ ਇਹ ਕਾਨੂੰਨ ਹੁਣ ਇੰਡੀਆ ਵਿੱਚ ਵੀ ਲਾਗੂ ਹੋ ਗਿਆ ਹੈ। ਇੱਥੇ ਵੀ ਹੌਰਨ ਵਜਾਉਣ 'ਤੇ ਆਪਾਂ ਨੂੰ 2000 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਹੁਣ ਆਪਾਂ ਹੌਰਨ ਸਿਰਫ ਉਸ ਟਾਈਮ ਹੀ ਵਜਾ ਸਕਦੇ ਹਾਂ ਜਦੋਂ ਆਪਾਂ ਨੂੰ ਆਪਣੀ ਜਾਨ ਨੂੰ ਜਾਂ ਕਿਸੇ ਦੂਸਰੇ ਦੀ ਜਾਨ ਨੂੰ ਖਤਰਾ ਲੱਗੇ। ਸਿਰਫ ਇਸੇ ਗੱਲ 'ਤੇ ਆਪਾਂ ਨੂੰ ਹੌਰਨ ਵਜਾਉਣ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਪਾਂ ਕਿਸੇ ਵੀ ਹਾਲਤ ਵਿੱਚ ਹੌਰਨ ਵਜਾਉਂਦੇ ਹਾਂ ਤਾਂ ਉਸ 'ਤੇ ਆਪਾਂ ਨੂੰ 2000 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ। ਆਪਣੀ ਜਾਂ ਦੂਜੇ ਦੀ ਜਾਨ ਨੂੰ ਖਤਰਾ ਮਤਲਬ ਜੇਕਰ ਆਪਣੀ ਗੱਡੀ ਕਿਤੇ ਰੁਕੀ ਹੋਈ ਹੈ ਅਤੇ ਆਪਣੇ ਮੂਹਰੇ ਕੋਈ ਗੱਡੀ ਬੈਕ ਕਰ ਰਿਹਾ ਅਤੇ ਉਸ ਦੀ ਗੱਡੀ ਆਪਣੀ ਗੱਡੀ ਦੇ ਵਿੱਚ ਵੱਜਣ ਵਾਲੀ ਹੈ, ਤਾਂ ਆਪਾਂ ਮਗਰੋਂ ਹੌਰਨ ਵਜਾ ਕੇ ਉਸ ਨੂੰ ਦੱਸ ਸਕਦੇ ਹਾਂ। ਜਾਂ ਆਪਣੀ ਗੱਡੀ ਦੀਆਂ ਬ੍ਰੇਕਾਂ ਵਗੈਰਾ ਫੇਲ ਹੋ ਗਈਆਂ ਹਨ ਅਤੇ ਅੱਗੇ ਕੋਈ ਲੋਕ ਜਾ ਰਹੇ ਆ ਅਤੇ ਆਪਾਂ ਹੌਰਨ ਵਜਾ ਕੇ ਉਹਨਾਂ ਨੂੰ ਅਲਰਟ ਕਰ ਸਕਦੇ ਹਾਂ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਇਸ ਤੋਂ ਇਲਾਵਾ ਆਪਾਂ ਕਿਸੇ ਵੀ ਹਾਲਤ ਵਿੱਚ ਹੌਰਨ ਨਹੀਂ ਵਜਾ ਸਕਦੇ। ਅਪੰਗ ਡਰਾਈਵਿੰਗ ਮਤਲਬ ਕੋਈ ਵੀ ਅਜਿਹਾ ਵਿਅਕਤੀ ਜੋ ਸਰੀਰਕ ਜਾਂ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ, ਜੇਕਰ ਉਹ ਗੱਡੀ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਧਾਰਾ 186 ਦੇ ਅਧੀਨ 10000 ਦਾ ਜੁਰਮਾਨਾ ਹੋਵੇਗਾ। ਉੱਚੀ ਆਵਾਜ਼ ਵਿੱਚ ਸੰਗੀਤ ਚਲਾਉਣ 'ਤੇ ਵੀ 10000 ਰੁਪਏ ਦਾ ਜੁਰਮਾਨਾ ਰੱਖਿਆ ਗਿਆ ਹੈ। ਐਮਰਜੈਂਸੀ ਵਾਹਨ ਨੂੰ ਰਸਤਾ ਨਾ ਦੇਣਾ। ਜੇਕਰ ਆਪਾਂ ਕਿਸੇ ਵੀ ਐਮਰਜੈਂਸੀ ਵਾਹਨ ਜਿਵੇਂ ਕਿ ਫਾਇਰ ਬ੍ਰਿਗੇਡ, ਪੁਲਿਸ ਜਾਂ ਐਂਬੂਲੈਂਸ ਜੋ ਕਿ ਜਿਸ ਦਾ ਕਿ ਹੂਟਰ ਚੱਲਿਆ ਹੋਇਆ ਹੈ ਨੂੰ ਆਪਾਂ ਰਸਤਾ ਨਹੀਂ ਦਿੰਦੇ ਤਾਂ ਧਾਰਾ 194(E) ਦੇ ਅਧੀਨ 10000 ਜੁਰਮਾਨਾ ਰੱਖਿਆ ਗਿਆ ਹੈ। ਜੇਕਰ ਕੋਈ ਵਿਅਕਤੀ ਕੋਈ ਗੱਡੀ ਚਲਾਉਂਦੇ ਸਮੇਂ ਬੀੜੀ ਜਾਂ ਸਿਗਰਟ ਪੀਂਦਾ ਫੜਿਆ ਗਿਆ ਤਾਂ ਧਾਰਾ 177(2) ਦੇ ਅਧੀਨ ਪਹਿਲੀ ਵਾਰ 500 ਰੁਪਏ ਜੁਰਮਾਨਾ ਅਤੇ ਦੂਜੀ ਵਾਰ ਫੜਿਆ ਜਾਣ 'ਤੇ 1000 ਰੁਪਏ ਜੁਰਮਾਨਾ ਹੋਵੇਗਾ। ਓਵਰਲੋਡ। ਸਵਾਰੀਆਂ ਵਾਲੇ ਵਾਹਨ ਦੀ ਓਵਰਲੋਡਿੰਗ। ਜੇਕਰ ਕੋਈ ਸਵਾਰੀਆਂ ਵਾਲਾ ਵਾਹਨ ਤੈਅ ਗਿਣਤੀ ਤੋਂ ਵੱਧ ਸਵਾਰੀਆਂ ਸਮੇਤ ਫੜਿਆ ਜਾਂਦਾ ਹੈ ਤਾਂ ਧਾਰਾ 194(A) ਦੇ ਅਧੀਨ ਉਸ ਨੂੰ ਪ੍ਰਤੀ ਸਵਾਰੀ ਜਿੰਨੀਆਂ ਸਵਾਰੀਆਂ ਵੱਧ ਹਨ ਤੈਅ ਗਿਣਤੀ ਤੋਂ ਪ੍ਰਤੀ ਸਵਾਰੀ 1000 ਰੁਪਏ ਦਾ ਜੁਰਮਾਨਾ ਲੱਗੇਗਾ। ਜਿਵੇਂ ਕਿ ਕੋਈ 52 ਸੀਟਰ ਬੱਸ ਹੈ ਅਤੇ ਉਸ ਵਿੱਚ ਆਪਾਂ ਦੇਖਿਆ ਕਿ ਵਿਚਾਲੇ ਵੀ ਸਵਾਰੀਆਂ ਕਈ ਖੜ੍ਹੀਆਂ ਹੁੰਦੀਆਂ ਹਨ। ਜੇਕਰ ਇਸ ਤਰ੍ਹਾਂ 52 ਤੋਂ ਵੱਧ ਸਵਾਰੀਆਂ ਉਸ ਵਿੱਚੋਂ ਫੜੀਆਂ ਜਾਂਦੀਆਂ ਹਨ ਤਾਂ ਜਿੰਨੀਆਂ ਸਵਾਰੀਆਂ ਵੱਧ ਹੋਣਗੀਆਂ ਉਨੇ 1000 ਰੁਪਏ ਜੁਰਮਾਨਾ ਉਸ ਨੂੰ ਲੱਗੇਗਾ। ਇਹ ਜੁਰਮਾਨਾ ਆਟੋ ਰਿਕਸ਼ਾ, ਟੈਕਸੀ ਅਤੇ ਸਾਰੇ ਸਵਾਰੀਆਂ ਢੋਣ ਵਾਲੇ ਵਾਹਨਾਂ ਦੇ ਉੱਤੇ ਲਾਗੂ ਹੋਵੇਗਾ। ਰੋਡ ਦੇ ਉੱਤੇ ਥੁੱਕਣ 'ਤੇ 500 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ ਸ਼ਹਿਰਾਂ ਦੇ ਵਿੱਚ ਜੇਕਰ ਕੋਈ ਰੋਡ ਦੇ ਉੱਤੇ ਥੁੱਕਦਾ ਤਾਂ ਉਸ ਨੂੰ ਇਹ ਜੁਰਮਾਨਾ 1000 ਰੁਪਏ ਹੋਵੇਗਾ। ਬਿਨਾਂ ਇੰਡੀਕੇਟਰ ਦੇ ਗੱਡੀ ਨੂੰ ਮੋੜ ਦੇਣਾ
500 ਤੋਂ ਲੈ ਕੇ 1500 ਰੁਪਏ ਤੱਕ ਜੁਰਮਾਨਾ ਹੋਵੇਗਾ। ਨੰਬਰ ਪਲੇਟ ਦੇ ਉੱਤੇ ਜਾਤੀ ਸੂਚਕ ਜਾਂ ਅਹੁਦਾ ਲਿਖਣ 'ਤੇ 1000 ਰੁਪਏ ਜੁਰਮਾਨਾ ਹੋਵੇਗਾ। ਪ੍ਰੈਸ਼ਰ ਹਾਰਨ ਜਾਂ ਸਲੈਂਸਰ ਮੋਡੀਫਾਈ ਕਰਨ 'ਤੇ ਧਾਰਾ 119 ਦੇ ਅਧੀਨ 10,000 ਰੁਪਏ ਦਾ ਜੁਰਮਾਨਾ ਹੋਵੇਗਾ। ਜਿਵੇਂ ਕਿ ਆਪਾਂ ਦੇਖਿਆ ਇੱਕ ਬਹੁਤ ਸਾਰੇ ਸਾਧਨਾਂ ਦੇ ਉੱਤੇ ਪ੍ਰੈਸ਼ਰ ਹਾਰਨ ਜੋ ਕਿ ਅਲੱਗ-ਅਲੱਗ ਆਵਾਜ਼ਾਂ ਕੱਢਦੇ ਹਨ, ਅਤੇ ਕਈਆਂ ਨੇ ਆਪਣੇ ਸਾਇਲੈਂਸਰ ਮੋਡੀਫਾਈ ਕਰਵਾਏ ਹੋਏ ਹਨ ਜੋ ਕਿ ਪਟਾਕੇ ਵੀ ਮਾਰਦੇ ਹਨ ਅਤੇ ਬਹੁਤ ਜ਼ਿਆਦਾ ਆਵਾਜ਼ ਕਰਦੇ ਹਨ। ਇਸ ਤਰ੍ਹਾਂ ਦੇ ਫੜੇ ਜਾਣ 'ਤੇ 10,000 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਰੋਡ ਦੀ ਸਾਈਡ ਦੇ ਉੱਤੇ ਪਿਸ਼ਾਬ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 100 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਕੋਈ ਵਿਅਕਤੀ ਬਿਨਾਂ ਫਿਟਨੈਸ ਸਰਟੀਫਿਕੇਟ ਦੇ ਕੋਈ ਸਾਧਨ ਚਲਾਉਂਦਾ ਹੈ ਤਾਂ ਉਸ ਨੂੰ 5,000 ਰੁਪਏ ਤੋਂ ਲੈ ਕੇ 10,000 ਰੁਪਏ ਦਾ ਜੁਰਮਾਨਾ ਹੋਵੇਗਾ। ਜੇਕਰ ਆਪਾਂ ਕਿਸੇ ਵੀ ਪਬਲਿਕ ਵਾਹਨ ਵਿੱਚ ਬਿਨਾਂ ਟਿਕਟ ਸਵਾਰੀ ਕਰਦੇ ਫੜੇ ਗਏ ਤਾਂ ਆਪਾਂ ਨੂੰ 500 ਰੁਪਏ ਦਾ ਜੁਰਮਾਨਾ ਹੋਵੇਗਾ। ਜਿਵੇਂ ਕਿ ਕੋਈ ਵੀ ਬੱਸ ਟ੍ਰੇਨ ਦੇ ਵਿੱਚ ਸਫ਼ਰ ਕਰਨਾ। ਜੇਕਰ ਆਪਾਂ ਸ਼ਹਿਰ ਦੇ ਵਿੱਚ ਹਾਈ ਬੀਮ ਹੈੱਡਲਾਈਟ ਦੇ ਉੱਤੇ ਗੱਡੀ ਚਲਾਉਂਦੇ ਫੜੇ ਗਏ ਤਾਂ ਆਪਾਂ ਨੂੰ 500 ਰੁਪਏ ਤੋਂ ਲੈ ਕੇ 1000 ਰੁਪਏ ਦਾ ਜੁਰਮਾਨਾ ਹੋਵੇਗਾ। ਸ਼ਹਿਰ ਦੇ ਅੰਦਰ ਆਪਾਂ ਨੂੰ ਹਮੇਸ਼ਾ ਲੋ ਬੀਮ ਹੈੱਡਲਾਈਟ ਚਲਾ ਕੇ ਗੱਡੀ ਚਲਾਉਣੀ ਹੋਵੇਗੀ, ਅਤੇ ਸ਼ਹਿਰ ਤੋਂ ਬਾਹਰ ਵੀ ਪੇਂਡੂ ਏਰੀਏ 'ਚ ਜਾਂ ਜਿੱਥੇ ਟਰੈਫਿਕ ਘੱਟ ਹੋਵੇ ਉੱਥੇ ਵੀ ਆਪਾਂ ਹਾਈ ਬੀਮ ਲਾਈਟ ਉਸੇ ਟਾਈਮ ਸਿਰਫ ਉਦੋਂ ਜਗਾ ਸਕਦੇ ਹਾਂ ਜਦੋਂ ਰੋਡ ਦੇ ਉੱਤੇ ਕੋਈ ਹੋਰ ਸਾਧਨ ਨਾ ਚੱਲਦਾ ਹੋਵੇ, ਆਪਣੇ ਅੱਗੇ ਜਾਂ ਪਿੱਛੇ ਜਾਂ ਅੱਗਿਓਂ ਆਉਂਦਾ ਹੋਵੇ। ਜੇਕਰ ਆਪਾਂ ਪੇਂਡੂ ਏਰੀਏ ਦੇ ਵਿੱਚ ਜਾਂ ਜਿੱਥੇ ਟਰੈਫਿਕ ਘੱਟ ਆ ਆਪਣੀ ਹਾਈ ਬੀਮ 'ਤੇ ਹੈੱਡਲਾਈਟ ਚਲਾਈ ਹੋਈ ਹੈ ਤਾਂ ਆਪਾਂ ਨੂੰ ਇਹ ਉਸ ਟਾਈਮ ਲੋ ਬੀਮ 'ਤੇ ਕਰਨੀ ਪਵੇਗੀ ਜਦੋਂ ਘੱਟ ਤੋਂ ਘੱਟ 150 ਮੀਟਰ ਦੀ ਦੂਰੀ ਤੋਂ ਆਪਾਂ ਨੂੰ ਅੱਗਿਓਂ ਕੋਈ ਵਾਹਨ ਆ ਰਿਹਾ ਹੈ, ਉਸ ਟਾਈਮ ਆਪਾਂ ਨੂੰ ਲੋ ਬੀਮ ਕਰਨੀ ਪਵੇਗੀ। ਜਾਂ ਕੋਈ ਆਪਣੇ ਅੱਗੇ ਜੇਕਰ ਆਪਣੇ ਅੱਗੇ 150 ਮੀਟਰ ਦੀ ਦੂਰੀ ਦੇ ਵਿੱਚ ਕੋਈ ਗੱਡੀ ਜਾ ਰਹੀ ਹੈ ਤਾਂ ਵੀ ਆਪਾਂ ਆਪਣੀ ਹੈੱਡਲਾਈਟ ਹਾਈ ਬੀਮ 'ਤੇ ਨਹੀਂ ਕਰਨੀ ਹੋਵੇਗੀ, ਕਿਉਂਕਿ ਇਸ ਦੇ ਨਾਲ ਅੱਗੇ ਜਾਣ ਵਾਲੇ ਵਾਹਨ ਦੇ ਬਾਈਕ ਸਾਈਡ ਦੇਖਣ ਵਾਲੇ ਮਿਰਰ ਦੇ ਵਿੱਚ ਦੀ ਰੌਸ਼ਨੀ ਪੈ ਕੇ ਉਸ ਦੀਆਂ ਅੱਖਾਂ ਨੂੰ ਦਿਸੇਗਾ ਨਹੀਂ ਅੱਗੇ। ਇਸ ਲਈ ਜਦੋਂ ਆਪਾਂ 150 ਮੀਟਰ ਦੀ ਦੂਰੀ ਤੋਂ ਵੱਧ ਦੂਰੀ 'ਤੇ ਹੋਵਾਂਗੇ ਉਸੇ ਟਾਈਮ ਹੀ ਹਾਈ ਬੀਮ ਲਾਈਟ ਯੂਜ ਕਰ ਸਕਦੇ ਹਾਂ, ਇਸ ਤੋਂ ਇਲਾਵਾ ਨਹੀਂ। ਜੇਕਰ ਰੋਡ ਦੇ ਉੱਤੇ ਕੋਈ ਵੀ ਵਿਅਕਤੀ ਇੱਕ ਦੂਜੇ ਨਾਲ ਰੇਸ ਲਾਉਂਦਾ ਫੜਿਆ ਗਿਆ ਤਾਂ ਧਾਰਾ 199 ਦੇ ਅਧੀਨ ਉਸ ਨੂੰ 5,000 ਤੋਂ ਲੈ ਕੇ 10,000 ਰੁਪਏ ਜੁਰਮਾਨਾ ਹੋਵੇਗਾ। ਜੇਕਰ ਕੋਈ ਵਿਅਕਤੀ ਖਤਰਨਾਕ ਵਾਹਨ ਨੂੰ ਰੋਡ ਦੇ ਉੱਤੇ ਚਲਾਉਂਦਾ ਫੜਿਆ ਗਿਆ, ਮਤਲਬ ਅਜਿਹਾ ਵਾਹਨ ਜਿਸ ਦੇ ਰੋਡ ਦੇ ਉੱਤੇ ਚੱਲਣ ਨਾਲ ਰੋਡ ਨੂੰ ਵੀ ਖਤਰਾ ਹੈ ਅਤੇ ਦੂਜੇ ਵਿਅਕਤੀਆਂ ਨੂੰ ਵੀ ਜਾਨ ਨੂੰ ਖਤਰਾ ਹੈ, ਅਜਿਹਾ ਵਾਹਨ ਚਲਾਉਣ 'ਤੇ ਵਿਅਕਤੀ ਨੂੰ 1,000 ਰੁਪਏ ਦਾ ਜੁਰਮਾਨਾ ਅਤੇ 3 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਹੈ। ਧਾਰਾ 206 ਦੇ ਅਧੀਨ ਚਲਾਨ ਕੱਟਣ ਵਾਲੇ ਮੁਲਾਜ਼ਮ ਕੋਲ ਅਧਿਕਾਰ ਹੋਵੇਗਾ ਕਿ ਉਹ ਤੁਹਾਡਾ ਲਾਇਸੈਂਸ ਵੀ ਰੱਦ ਕਰ ਸਕਦਾ ਹੈ। ਇਸ ਦੇ ਅਧੀਨ ਆਉਣ ਵਾਲੀਆਂ ਧਾਰਾਵਾਂ ਇਸ ਤਰ੍ਹਾਂ ਹਨ। ਧਾਰਾ 183 ਜੋ ਕਿ ਓਵਰ ਸਪੀਡ ਵਾਲੀ ਧਾਰਾ ਹੈ। ਧਾਰਾ 184 ਖਤਰਨਾਕ ਡਰਾਈਵਿੰਗ ਵਾਲੀ ਧਾਰਾ। ਧਾਰਾ 185 ਡਰਿੰਕ ਐਂਡ ਡਰਾਈਵ ਵਾਲੀ ਧਾਰਾ। ਧਾਰਾ 199 ਓਵਰ ਸਪੀਡ ਫਾਰ ਰੇਸਿੰਗ। ਧਾਰਾ 190 ਅਨਸੇਫ ਕੰਡੀਸ਼ਨ ਵਾਲਾ ਵਾਹਨ ਰੋਡ 'ਤੇ ਚਲਾਉਣਾ। ਧਾਰਾ 194C 2 ਪਹੀਆ ਵਾਹਨ 'ਤੇ 2 ਤੋਂ ਵੱਧ ਸਵਾਰੀਆਂ ਸਮੇਤ ਫੜੇ ਜਾਣਾ। ਧਾਰਾ 194D ਬਿਨਾਂ ਹੈਲਮਟ ਵਾਹਨ ਚਲਾਉਣਾ। ਧਾਰਾ 194E ਐਮਰਜੈਂਸੀ ਵਾਹਨ ਨੂੰ ਸਾਈਡ ਨਾ ਦੇਣਾ। ਧਾਰਾ 210B ਅਧੀਨ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਪੁਲਿਸ ਨਾਲ ਬੇਲੋੜੀ ਬਹਿਸ ਕਰਦਾ ਹੈ ਜਾਂ ਕਿਸੇ ਰੂਲ ਨੂੰ ਲਾਗੂ ਕਰਨ ਵਿੱਚ ਰੁਕਾਵਟ ਪੈਦਾ ਕਰਦਾ ਹੈ ਤਾਂ ਪੁਲਿਸ ਮੁਲਾਜ਼ਮ ਜਿਸ ਧਾਰਾ ਅਧੀਨ ਉਸ ਨੂੰ ਰੋਕਿਆ ਗਿਆ ਹੈ ਉਸ ਤੋਂ ਦੁੱਗਣੀ ਰਕਮ ਦਾ ਉਸ ਨੂੰ ਜੁਰਮਾਨਾ ਕਰ ਸਕਦਾ ਹੈ। ਮਤਲਬ ਜੇਕਰ ਕਿਸੇ ਨੂੰ ਬਿਨਾਂ ਵਜ੍ਹਾ ਹੌਰਨ ਵਜਾਉਣ ਤੋਂ ਰੋਕਿਆ ਗਿਆ ਹੈ ਤਾਂ ਉਸ ਦਾ 2,000 ਰੁਪਏ ਦਾ ਜੁਰਮਾਨਾ ਹੋਵੇਗਾ ਉਸ ਨੂੰ। ਪਰ ਜੇਕਰ ਉਹ ਵਿਅਕਤੀ ਪੁਲਿਸ ਮੁਲਾਜ਼ਮ ਨਾਲ ਬੇਲੋੜੀ ਬਹਿਸ ਕਰਦਾ ਹੈ ਤਾਂ ਉਹ ਪੁਲਿਸ ਮੁਲਾਜ਼ਮ ਉਸ ਦਾ ਡਬਲ ਯਾਨੀ ਕਿ 4,000 ਰੁਪਏ ਦਾ ਜੁਰਮਾਨਾ ਕਰੇਗਾ। ਦੋਸਤੋ ਇਹ ਸੀ ਅੱਜ ਕੱਲ੍ਹ ਵੱਖ ਵੱਖ ਧਾਰਾਵਾਂ
ਅਨੁਸਾਰ ਹੋਣ ਵਾਲੇ ਚਲਾਨਾਂ ਦੇ ਵੱਖ-ਵੱਖ ਰੇਟ। ਤੇ ਸਰਕਾਰਾਂ ਕਾਨੂੰਨ ਬਣਾ ਤਾਂ ਦਿੰਦੀਆਂ ਹਨ ਜੀ, ਪਰ ਲਾਗੂ ਕਰਨ ਵਾਲੇ ਇਹਨਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰਦੇ। ਇਸੇ ਕਰਕੇ ਆਪਾਂ ਜਿਨ੍ਹਾਂ ਨੇ ਇਹਨਾਂ ਨੂੰ ਫੋਲੋ ਕਰਨਾ ਹੁੰਦਾ ਹੈ, ਆਪਾਂ ਫੋਲੋ ਨਹੀਂ ਕਰਦੇ। ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਸਰਕਾਰ ਦੁਆਰਾ ਬਣਾਏ ਟ੍ਰੈਫਿਕ ਰੂਲ ਨੂੰ ਫੋਲੋ ਕਰੀਏ, ਅਤੇ ਇਹਨਾਂ ਨੂੰ ਫੋਲੋ ਕਰਾਉਣ ਵਾਲੇ ਮੁਲਾਜ਼ਮਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਚੰਗੇ ਢੰਗ ਨਾਲ ਲਾਗੂ ਕਰਨ ਅਤੇ ਨਾ ਮੰਨਣ 'ਤੇ ਜੁਰਮਾਨੇ ਵਗੈਰਾ ਕਰਨ, ਤਾਂ ਕਿ ਆਪਾਂ ਇਹਨਾਂ ਨੂੰ ਫੋਲੋ ਕਰੀਏ ਅਤੇ ਸੜਕ ਦੇ ਉੱਤੇ ਹੋਣ ਵਾਲੀਆਂ ਦੁਰਘਟਨਾਵਾਂ 'ਤੇ ਕੰਟਰੋਲ ਕੀਤਾ ਜਾ ਸਕੇ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਅਤੇ ਹੁਣ ਆਪਾਂ ਇਹਨਾਂ ਵਿੱਚੋਂ ਕੁਛ ਕੁ ਚਲਾਨ ਰੇਟ ਦਾ ਪਹਿਲਾਂ ਵਾਲੇ ਰੇਟ ਨਾਲ ਕੰਪੈਰੀਜ਼ਨ ਕਰਾਂਗੇ, ਜੋ ਕਿ ਕੁਛ ਸਮਾਂ ਪਹਿਲਾਂ ਰੇਟ ਚੱਲਦੇ ਸਨ, ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਰੇਟ ਹਾਈ ਕਰ ਦਿੱਤੇ ਹਨ, ਕਿਉਂਕਿ ਸਰਕਾਰ ਟ੍ਰੈਫਿਕ ਰੂਲਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਲੱਗਦੀ ਹੈ, ਕਿਉਂਕਿ ਐਕਸੀਡੈਂਟ ਦੇ ਵਿੱਚ ਹੋਣ ਵਾਲੀ ਡੈਥ ਰੇਟ ਇੰਡੀਆ ਦੇ ਵਿੱਚ ਸਭ ਤੋਂ ਵੱਧ ਹੈ ਜੀ। ਅਤੇ ਇਸ ਕਰਕੇ ਸਰਕਾਰ ਟ੍ਰੈਫਿਕ ਰੂਲਜ਼ ਨੂੰ ਲੈ ਕੇ ਬਹੁਤ ਸੀਰੀਅਸ ਹੋ ਗਈ ਹੈ। ਇਸ ਲਈ ਉਹਨਾਂ ਨੇ ਸੜਕ ਦੁਰਘਟਨਾਵਾਂ ਰੋਕਣ ਲਈ ਜੁਰਮਾਨੇ ਦੀ ਕੀਮਤ ਬਹੁਤ ਜ਼ਿਆਦਾ ਵਧਾ ਦਿੱਤੀ ਹੈ, ਤਾਂ ਕਿ ਆਪਾਂ ਇਹਨਾਂ ਨੂੰ ਫੋਲੋ ਕਰੀਏ। ਤੋ ਹੁਣ ਆਪਾਂ ਕੰਪੈਰੀਜ਼ਨ ਕਰਦੇ ਹਾਂ ਜੀ ਪੁਰਾਣੇ ਜੁਰਮਾਨੇ ਨਾਲ ਇਹਨਾਂ ਤਾਂ ਅੱਜ ਦੇ ਜੁਰਮਾਨੇ ਦਾ। ਦੋਸਤੋ, 1 ਸਤੰਬਰ 2019 ਤੋਂ ਪਹਿਲਾਂ ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣ 'ਤੇ 300 ਰੁਪਏ ਜੁਰਮਾਨਾ ਸੀ, ਜੋ ਕਿ ਅੱਜ ਕੱਲ੍ਹ 1000 ਰੁਪਏ ਹੋਵੇਗਾ। 2 ਤੋਂ ਵੱਧ ਸਵਾਰੀਆਂ ਦੁਪਹੀਆ ਵਾਹਨ 'ਤੇ ਫੜੇ ਜਾਣ 'ਤੇ ਪਹਿਲਾਂ 100 ਰੁਪਏ ਦਾ ਜੁਰਮਾਨਾ ਸੀ, ਅੱਜ ਇਹ ਜੁਰਮਾਨਾ 1000 ਰੁਪਏ ਦਾ ਹੈ। ਹੈਲਮਟ ਤੋਂ ਬਿਨਾਂ ਪਹਿਲਾਂ 200 ਰੁਪਏ ਜੁਰਮਾਨਾ ਸੀ, ਅਤੇ ਅੱਜ ਕੱਲ੍ਹ 1000 ਰੁਪਏ ਜੁਰਮਾਨਾ ਅਤੇ ਨਾਲ 3 ਮਹੀਨੇ ਦੀ ਲਾਇਸੈਂਸ ਰੱਦ ਹੋਵੇਗਾ। ਐਮਰਜੈਂਸੀ ਵਾਹਨ ਨੂੰ ਸਾਈਡ ਨਾ ਦੇਣ 'ਤੇ ਪਹਿਲਾਂ ਕੋਈ ਜੁਰਮਾਨਾ ਨਹੀਂ ਸੀ, ਪਰ ਅੱਜ ਕੱਲ੍ਹ 10,000 ਰੁਪਏ ਦਾ ਜੁਰਮਾਨਾ ਹੈ। ਬਿਨਾਂ ਲਾਇਸੈਂਸ ਤੋਂ ਗੱਡੀ ਚਲਾਉਣ 'ਤੇ ਪਹਿਲਾਂ 500 ਰੁਪਏ ਦਾ ਜੁਰਮਾਨਾ ਹੁੰਦਾ ਸੀ, 2019 ਤੋਂ ਇਹ 5000 ਰੁਪਏ ਕਰ ਦਿੱਤਾ ਗਿਆ ਹੈ। ਲਾਇਸੈਂਸ ਰੱਦ ਹੋਣ ਤੋਂ ਬਾਅਦ ਵੀ ਜੇਕਰ ਕੋਈ ਡਰਾਈਵਿੰਗ ਕਰਦਾ ਫੜਿਆ ਜਾਂਦਾ ਹੈ ਤਾਂ ਪਹਿਲਾਂ 500 ਰੁਪਏ ਜੁਰਮਾਨਾ ਸੀ, ਅਤੇ ਅੱਜ ਕੱਲ੍ਹ 10,000 ਰੁਪਏ ਦਾ ਜੁਰਮਾਨਾ ਹੈ। ਓਵਰ ਸਪੀਡ 'ਤੇ ਗੱਡੀ ਚਲਾਉਣ 'ਤੇ ਪਹਿਲਾਂ 400 ਰੁਪਏ ਦਾ ਜੁਰਮਾਨਾ ਸੀ, ਅਤੇ ਅੱਜ ਕੱਲ੍ਹ LMV ਵਾਹਨ ਨੂੰ 1000 ਰੁਪਏ ਦਾ ਜੁਰਮਾਨਾ ਅਤੇ HTV ਵਾਹਨ ਨੂੰ 2000 ਰੁਪਏ ਦਾ ਜੁਰਮਾਨਾ ਹੋਵੇਗਾ। ਖਤਰਨਾਕ ਡਰਾਈਵਿੰਗ ਕਰਨ 'ਤੇ ਪਹਿਲਾਂ 1000 ਰੁਪਏ ਦਾ ਜੁਰਮਾਨਾ ਸੀ, ਅਤੇ ਅੱਜ ਕੱਲ੍ਹ 5000 ਰੁਪਏ ਦਾ ਜੁਰਮਾਨਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਪਹਿਲਾਂ 2000 ਰੁਪਏ ਦਾ ਜੁਰਮਾਨਾ ਸੀ, ਅਤੇ ਅੱਜ ਕੱਲ੍ਹ 10,000 ਰੁਪਏ ਜੁਰਮਾਨਾ ਹੈ। ਗੱਡੀ ਚਲਾਉਂਦੇ ਟਾਈਮ ਮੋਬਾਈਲ ਦੀ ਵਰਤੋਂ ਕਰਨ 'ਤੇ ਪਹਿਲਾਂ 1000 ਰੁਪਏ ਦਾ ਜੁਰਮਾਨਾ ਸੀ, ਅਤੇ ਅੱਜ ਕੱਲ੍ਹ 5000 ਤੋਂ ਲੈ ਕੇ 10,000 ਰੁਪਏ ਤੱਕ ਜੁਰਮਾਨਾ ਹੈ। ਬਿਨਾਂ ਪਰਮਿਟ ਗੱਡੀ ਚਲਾਉਣ 'ਤੇ ਪਹਿਲਾਂ 5000 ਰੁਪਏ ਜੁਰਮਾਨਾ ਸੀ, ਅਤੇ ਅੱਜ ਕੱਲ੍ਹ 10,000 ਰੁਪਏ ਜੁਰਮਾਨਾ ਹੈ। ਓਵਰਲੋਡਿੰਗ ਪਹਿਲਾਂ 2000 ਜੁਰਮਾਨਾ ਪਲੱਸ 1000 ਪ੍ਰਤੀ ਟਨ ਦੇਣਾ ਪੈਂਦਾ ਸੀ, ਅਤੇ ਅੱਜ ਕੱਲ੍ਹ ਇਹ 20,000 ਜੁਰਮਾਨਾ ਪਲੱਸ 2000 ਪ੍ਰਤੀ ਟਨ ਐਕਸਟਰਾ ਪੇਮੈਂਟ ਦੇਣੀ ਪਵੇਗੀ। ਬਿਨਾਂ ਇੰਸ਼ੋਰੈਂਸ ਤੋਂ ਪਹਿਲਾਂ 1000 ਰੁਪਏ ਜੁਰਮਾਨਾ ਸੀ, ਅਤੇ ਅੱਜ ਕੱਲ੍ਹ 2000 ਤੋਂ ਲੈ ਕੇ 4000 ਰੁਪਏ ਤੱਕ ਜੁਰਮਾਨਾ ਹੋਵੇਗਾ। ਨਾਬਾਲਗ ਦੁਆਰਾ ਡਰਾਈਵਿੰਗ ਕਰਨ 'ਤੇ ਪਹਿਲਾਂ ਕੋਈ ਜੁਰਮਾਨਾ ਨਹੀਂ ਸੀ, ਅਤੇ ਅੱਜ ਕੱਲ੍ਹ ਜੇਕਰ ਕੋਈ ਨਾਬਾਲਗ ਬੱਚਾ ਡਰਾਈਵਿੰਗ ਕਰਦਾ ਫੜਿਆ ਜਾਂਦਾ ਜਾਂ ਉਸ ਤੋਂ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਨੂੰ 25,000 ਰੁਪਏ ਜੁਰਮਾਨਾ ਪਲੱਸ 3 ਸਾਲ ਦੀ ਸਜ਼ਾ ਹੋਵੇਗੀ, ਅਤੇ ਇਸ ਦਾ ਦੋਸ਼ੀ ਉਹ ਬੱਚੇ ਦੇ ਮਾਤਾ ਪਿਤਾ ਨੂੰ ਜਾਂ ਜਿਸ ਨੇ ਉਹ ਗੱਡੀ ਉਸ ਨੂੰ ਦੇਣ ਦੀ ਇਜਾਜ਼ਤ ਦਿੱਤੀ ਹੈ, ਗੱਡੀ ਦਾ ਮਾਲਕ, ਉਸ ਨੂੰ ਇਸ ਦਾ ਦੋਸ਼ੀ ਮੰਨਿਆ ਜਾਵੇਗਾ, ਅਤੇ ਉਹੀ ਇਹ ਸਜ਼ਾ ਭੁਗਤਣਗੇ। ਅਤੇ ਜਿਹੜਾ ਡਰਾਈਵਿੰਗ ਕਰ ਰਿਹਾ ਸੀ ਨਾਬਾਲਗ, ਉਸ ਨੂੰ ਉਸ ਦੀ 25 ਸਾਲ ਦੀ ਉਮਰ ਹੋਣ ਤੱਕ ਲਾਇਸੈਂਸ ਨਹੀਂ ਮਿਲੇਗਾ, ਮਤਲਬ ਉਸ ਨੂੰ ਲਾਇਸੈਂਸ 25 ਸਾਲ ਦੀ ਉਮਰ ਤੋਂ ਵੱਧ ਜਾ ਕੇ ਮਿਲੇਗਾ। ਤਾਂ ਇਸ ਲਈ ਦੋਸਤੋ, ਆਪਣੇ ਬੱਚਿਆਂ ਨੂੰ ਕੋਈ ਗੱਡੀ ਦੇ ਕੇ ਕਿਤੇ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਜ਼ਰੂਰ ਲਿਓ, ਕਿਉਂਕਿ ਇਸ ਦੇ ਪ੍ਰਤੀ ਪੁਲਿਸ ਜਾਂ ਸਰਕਾਰ ਬਹੁਤ ਜ਼ਿਆਦਾ ਸੀਰੀਅਸ ਹੈ।
ਜੇਕਰ ਕੋਈ ਰੇਸ ਲਗਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਵੀ 5000 ਰੁਪਏ ਦਾ ਜੁਰਮਾਨਾ ਹੈ। ਦੋਸਤੋ, LMV ਵਾਹਨ ਮਤਲਬ ਲਾਈਟ ਮੋਟਰ ਵਹੀਕਲ ਜੋ ਆਪਣੇ ਘਰਾਂ 'ਚ ਨੋਰਮਲ ਹੁੰਦੇ ਆ, ਆਪਾਂ ਘਰੇ ਜੋ ਵਾਹਨ ਰੱਖੇ ਹੁੰਦੇ ਹਨ, ਉਹਨਾਂ ਨੂੰ ਰੋਡ ਦੇ ਉੱਤੇ ਚਲਾਉਣ ਦੀ ਵੱਧ ਤੋਂ ਵੱਧ ਗਤੀ ਸੀਮਾ ਪੰਜਾਬ ਵਿੱਚ 100 ਕਿਲੋਮੀਟਰ ਪਰ ਆਵਰ ਹੈ। ਇਸ ਤੋਂ ਵੱਧ ਪੰਜਾਬ ਵਿੱਚ ਕਿਤੇ ਵੀ ਆਪਾਂ ਨਹੀਂ ਚਲਾ ਸਕਦੇ। ਅਤੇ ਇਸੇ ਤਰ੍ਹਾਂ HTV ਵਾਹਨ, HMV ਜਾਂ MMV ਵਾਹਨ, ਇਹਨਾਂ ਦੀ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਗਤੀ 70 ਕਿਲੋਮੀਟਰ ਹੈ। ਜਿਵੇਂ ਕਿ ਟਰੱਕ, ਬੱਸਾਂ ਆਦਿ, ਇਹਨਾਂ ਨੂੰ ਆਪਾਂ 70 ਕਿਲੋਮੀਟਰ ਪ੍ਰਤੀ ਆਵਰ ਤੋਂ ਵੱਧ ਨਹੀਂ ਚਲਾ ਸਕਦੇ ਪੰਜਾਬ ਦੇ ਵਿੱਚ। ਇਸ ਸਪੀਡ ਲਿਮਟ ਤੋਂ ਉੱਪਰ ਚਲਾਉਣਾ ਗੈਰ ਕਾਨੂੰਨੀ ਹੈ ਅਤੇ ਉਸ ਦਾ ਚਲਾਨ ਹੋਵੇਗਾ। HTV ਵਹੀਕਲ ਲਈ 70 ਕਿਲੋਮੀਟਰ ਪ੍ਰਤੀ ਆਵਰ ਅਤੇ LMV ਵਾਹਨ ਲਈ 100 ਕਿਲੋਮੀਟਰ ਪ੍ਰਤੀ ਆਵਰ। ਜੇਕਰ ਆਪਣੇ ਨਾਲ ਕੋਈ 14 ਸਾਲ ਤੋਂ ਘੱਟ ਉਮਰ ਦਾ ਬੱਚਾ ਸਫ਼ਰ ਕਰ ਰਿਹਾ ਹੈ ਤਾਂ ਉਸ ਦੇ ਵੀ ਸੀਟ ਬੈਲਟ ਲੱਗੀ ਹੋਈ ਜ਼ਰੂਰੀ ਹੋਣੀ ਚਾਹੀਦੀ ਹੈ, ਅਤੇ ਜਾਂ ਫਿਰ ਚਾਈਲਡ ਰੈਸਟਰੇਂਟ ਸਿਸਟਮ ਜੋ ਕਿ ਬੱਚਿਆਂ ਦੇ ਲਈ ਅਲੱਗ ਤੋਂ ਸੀਟ ਮਿਲਦੀ ਹੈ, ਉਹ ਜ਼ਰੂਰੀ ਹੋਣੀ ਚਾਹੀਦੀ ਹੈ। ਜੇਕਰ ਇਹ ਨਾ ਹੋਵੇ ਤਾਂ ਉਸ ਦਾ 1000 ਰੁਪਏ ਦਾ ਜੁਰਮਾਨਾ ਅਤੇ ਪਲੱਸ 3 ਮਹੀਨੇ ਲਈ ਆਪਣਾ ਲਾਇਸੈਂਸ ਡਿਸਕੁਆਲੀਫਾਈਡ ਕੀਤਾ ਜਾਵੇਗਾ। ਅਤੇ ਦੋਸਤੋ, ਇਹ ਆਪਣੇ ਇੰਡੀਆ ਦੇ ਵਿੱਚ ਟ੍ਰੈਫਿਕ ਨਾਲ ਰਿਲੇਟਡ ਕਾਨੂੰਨ ਦੀਆਂ ਧਾਰਾਵਾਂ ਅਤੇ ਉਹਨਾਂ ਅਨੁਸਾਰ ਹੋਣ ਵਾਲੇ ਜੁਰਮਾਨੇ। ਤੋ ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ। ਅੱਗੇ ਆਪਾਂ ਟ੍ਰੈਫਿਕ ਸਿੰਬਲ ਅਤੇ ਰੋਡ ਮਾਰਕਿੰਗ ਬਾਰੇ ਵੀਡੀਓ ਬਣਾਵਾਂਗੇ ਜੀ। ਤਾਂ ਮਿਲਦੇ ਹਾਂ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਟ੍ਰੈਫਿਕ ਰੂਲ ਸੰਬੰਧੀ ਹੋਰ ਵੀ ਬਹੁਤ ਸਾਰੀ ਜਾਣਕਾਰੀ ਮਿਲ ਸਕੇ। ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ। ਟਾਟਾ, ਬਾਏ ਬਾਏ।